ਸਤ ਕਰਤਾ ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਮਤ ਸੁਆਮੀ। ਵਾਹਿਗੁਰੂ ਵਾਹਿਗੁਰੂ। ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ, ਕਨ ਹਰ ਬੂੰਦ ਬਸੈ ਰੁਮਾਮਲ। ਕੁਸਮ ਬਸੰਤ ਗਨੰਤ ਨਾ ਆਵੇ, ਰਾਵ ਸਸ ਕਿਰਨ ਉਦਰ ਸਾਗਰ ਕੋ। ਰਾਵ ਸਸ ਕਿਰਨ ਵਾਹਿਗੁਰੂ ਵਾਹਿਗੁਰੂ। ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਪਲੀ ਉਨੇ ਜੁਗਾਵੇ। ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੀ ਬਣਾਵੇ। ਸਾਡੀ ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰੰਗਾ। ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰੰਗਾ। ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਸਾਡੀ ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਸਾਡੀ ਪ੍ਰੀਤ ਚਕੋਰਾਂ ਵਾਲੀ, ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਪ੍ਰੀਤ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਸਾਡੀ ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਸਾਡੀ ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਸਾਡੀ ਪ੍ਰੀਤ ਹੈ ਚਕੋਰਾਂ ਵਾਲੀ, ਗੁਰੂ ਮੇਰਾ ਚੰਨ ਵਰਗਾ। ਪਿਆਰੇ ਗੁਰੂ ਮੇਰਾ ਚੰਨ ਵਰਗਾ। ਪਿਆਰਿਆ ਗੁਰੂ ਮੇਰਾ ਚੰਨ ਵਰਗਾ। ਗੁਰੂ ਮੇਰਾ ਚੰਨ ਵਰਗਾ। ਪਿਆਰਿਆ ਗੁਰੂ
ਮੇਰਾ ਚੰਨ ਵਰਗਾ ਜੀ ਗੁਰੂ ਮੇਰਾ ਚੰਨ ਵਰਗਾ ਪਿਆਰੀਆ ਗੁਰੂ ਮੇਰਾ ਚੰਨ ਵਰਗਾ ਗੁਰੂ ਮੇਰਾ ਜੀ ਜਨ ਵਰਗਾ ਗੁਰੂ ਮੇਰਾ ਜੀ ਜਨ ਵਰਗਾ ਗੁਰੂ ਮੇਰਾ ਜੀ ਚੰਨ 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 ਵਰਗਾ ਸਾਡੀ ਪ੍ਰੀਤ ਚਕੋਰਾ ਮਾਰੀ ਪ੍ਰੀਤ ਚਕੋਰਾ ਮਾਰੀ ਪ੍ਰੀਤ ਚਕੋਰਾ ਵਾਲੀ ਸਾਡੀ ਪ੍ਰੀਤ ਚਕੋਰਾ ਵਾਲੀ ਪ੍ਰੀਤ ਚਕੋਰਾ ਵਾਲੀ ਸਾਡੀ ਪ੍ਰੀਤ ਚਕੋਰਾ ਵਾਲੀ ਪ੍ਰੀਤ ਚਕੋਰਾ ਮਾਰੀ ਪ੍ਰੀਤ ਚਕੋਰਾ ਮਾਰੀ ਪ੍ਰੀਤ ਚਕੋਰਾ ਵਾਲੀ ਪ੍ਰੀਤ ਚਕੋਰਾ ਵਾਲੀ ਪ੍ਰੀਤ ਚਕੋਰਾ ਵਾਲੀ ਪ੍ਰੀਤ ਚਕੋਰਾ ਵਾਲੀ ਸਾਡੀ ਪ੍ਰੀਤ ਚਕੋਰਾ ਮਾਰੀ ਗੁਰੂ ਮੇਰਾ ਚੰਨ ਵਰਗਾ ਸਾਡੀ ਪ੍ਰੀਤ ਹੈ ਚਕੋਰਾ ਮਾਰੀ ਗੁਰੂ ਮੇਰਾ ਚੰਨ ਵਰਗਾ ਪ੍ਰੀਤ ਚਕੋਰਾ ਵਾਲੀ ਗੁਰੂ ਮੇਰਾ ਚੰਨ ਮੇਰੀ ਪ੍ਰੀਤ ਹੈ ਚਕੋਰਾ ਵਾਲੀ ਗੁਰੂ ਮੇਰਾ ਹਾਂਜੀ ਚੰਦ ਚਕੋਰ ਪ੍ਰੀਤ ਲਾਏ ਤਾਰ ਨਿਹਾਲੇ ਤੂੰ ਜਗਨੀ ਸੂਰਜ ਹੀਤ ਮਿਲ ਹੋਣ ਸੁਖਾਲੀ नार पतार प्यारे है माँ पुत संभाले नार पतार प्यार है माँ पुत संभाले कहानी हो कमल जल जानी खेड़ मोह में खाले कहानी हो कमल जल जानी खेड़ मुँह में खाले ਬਵੀ ਮੂਲ ਦੇ ਵੇਖ ਬੱਦਲ ਕਾਲੀ ਨਾ ਮੂਰ ਬਵੀ ਮੂਲ ਦੀ ਵੇਖ ਬੱਦਲ ਕਾਲੀ ਆ ਪੀਰ ਮਰੀ ਦਾ ਪਿਰਹੜੀ 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 ਹਾਂਜੀ ਪੀਰ ਮਰੀ ਦਾ ਪਿਰਹੜੀ ਉਹ ਨਿਭ ਹੈ ਨਾਲੇ ਚੰਦ ਚਕੂਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਸਾਡੀ ਨਿਭ ਜੇ ਮੈਂ ਗੁਰੂ ਨਿਭ ਜੇ ਸਾਡੀ ਪੀਰਾਂ ਦੇ ਨਾਲ ਮਰੀਦਾਂ ਦੀ ਨਿਭ ਜੇ ਮੈਂ ਗੁਰੂ ਨਿਭ ਜੇ ਪੀਰਾਂ ਨਾਲ ਮਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੀ ਓ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮਰੀਦਾਂ ਦੀ
ਨਿਭ ਜੇ ਵਾਹਿਗੁਰੂ ਨਿਭ ਜੇ ਪੀਰਾਂ ਦੇ ਨਾਲ ਮਰੀਦਾਂ ਦੀ ਨਿਭ ਜੀ ਵਾਹਿਗੁਰੂ ਨਿਭ ਜੀ ਸਾਡੀ ਪੀਰਾਂ ਨਾਲ ਮਰੀਦਾਂ ਦੀ ਨਿਭ ਜੀ ਵਾਹਿਗੁਰੂ ਨਿਭ ਜੀ ਸਾਡੀ ਪੀਰਾਂ ਨਾਲ ਮਰੀਦਾਂ ਨਿਭ ਜੀ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਨਾਲ ਮਰੀਦਾਂ ਦੀ ਨਿਭ ਜੀ ਵਾਹਿਗੁਰੂ ਨਿਭ ਜੀ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਦੇ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਦੇ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਨਾਲ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਦੇ 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 ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਪੀਰਾਂ ਦੇ ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਮਰੀਦਾਂ ਦੇ ਪੀਰਾਂ ਨਾਲ ਮਰੀਦਾਂ ਦੇ ਪੀਰਾਂ ਦੇ ਨਾਲ ਮਰੀਦਾਂ ਦੇ ਨਿਭ ਜੇ ਵਾਹਿਗੁਰੂ ਨਿਭ ਜੇ ਪੀਰਾਂ ਦੇ ਨਾਲ ਮਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਪੀਰਾਂ ਨਾਲ ਮਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੇ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਨਿਭ ਜੀ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੇ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੇ ਪੀਰਾਂ ਦੇ ਨਾਲ ਮਰੀਦਾਂ ਦੇ ਪੀਰ ਮਰੀਦਾਂ ਪਿਰਹਾਣੀ ਉਹ ਨਿਭ ਹੈ ਨਾਲੇ ਹਾਜੀ ਚੰਦ ਟਕੋਰ ਪ੍ਰੀਤ ਲਾਏ ਤਾਰ ਨਿਹਾਲੀ ਸਭ ਕਰੋ ਅਰਦਾਸਾਂ ਜੀ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਭ ਜੇ ਗੁਰਾਂ ਦੇ ਨਾਲੇ ਉਹ ਨਿਭ ਜੇ ਗੁਰਾਂ ਦੇ ਨਾਲੇ ਉਹ ਤਾਂ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ 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 ਉਹ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ ਦੇ ਨਾਲੇ ਸਾਡੀ ਨਿਭ ਜੇ ਗੁਰਾਂ ਦੇ ਨਾਲੇ ਨਿਭ ਜੇ ਗੁਰਾਂ
ਦੇ ਨਾਲੇ ਨਿਵ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੀ ਨਿਵਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੀ ਨਿਵਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਵ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਵ ਜੇ ਗੁਰਾਂ ਦੇ ਨਾਲੇ ਕਰੋ ਅਰਦਾਸਾਂ ਜੀ ਸਾਡੇ ਨਿਵ ਜੇ ਗੁਰਾਂ ਦੇ ਨਾਲੇ ਸਭ ਕਰੋ ਅਰਦਾਸਾਂ ਜੀ ਸਾਡੇ ਨਿਵ ਜੇ ਗੁਰਾਂ ਦੇ ਨਾਲੇ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤ ਮਾਘ ਮਹੀਨੇ ਦੇ ਜੋ 12 ਮਾਹ ਸਾਹਿਬ ਦੇ ਅੰਦਰ ਸਹਿਬ ਫਰਮਾਉਂਦੇ ਨੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮੈਲ ਮਨ ਤੇ ਜਾਏ ਗੁਮਾਨ ਮਨ ਦਾ ਹੰਕਾਰ ਸਾਧੂ ਦੀ ਸੰਗਤ ਕਰਕੇ ਆਪ ਜੀ ਦੇ ਉੱਤਮ ਤੇ ਪੂਰਬਲੇ ਕਰਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੰਗੇ ਬਣਾਏ ਜੋ ਚੱਲ ਕੇ ਇਤਨੀ ਠੰਡ ਦੇ ਹੁੰਦਿਆਂ ਵੀ ਮਹਾਂਪੁਰਸ਼ਾਂ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਰਾਤਰੀ ਦਾ ਸਮਾਂ ਹਰ ਜਸ ਕੀਰਤਨ ਦੇ ਵਿੱਚ ਆਪ ਲਾਹੇ ਪ੍ਰਾਪਤ ਕਰਦੇ ਹੋ। ਮੇਰੇ ਮਾਲਕ ਕਹਿੰਦੇ ਐ ਇਨਸਾਨ ਤੂੰ ਦੁਨੀਆ ਦੇ ਵਿੱਚ ਆਇਆ ਇੱਥੇ ਸਾਧੂ ਦੀ ਸੰਗਤ ਕਰ ਜੇ ਤੈਨੂੰ ਪਰਮੇਸ਼ਰ ਦੇ ਮਿਲਾਪ ਦਾ ਚਾਅ ਚੜ੍ਹਿਆ ਤਾਂ ਕੀ ਕਰਨਾ ਪਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਜੇ ਪਰਮੇਸ਼ਰ ਦੇ ਮਿਲਾਪ ਦੀ ਤੇਰੇ ਮਨ ਦੇ ਅੰਦਰ ਪ੍ਰੀਤੀ ਜਾਗੀ ਹੈ ਫਿਰ ਕੀ ਕਰਨਾ ਪਏਗਾ। ਪਾਏ ਲੱਗੋ ਮੋਹਿ ਕਰੂੰ ਬੇਨਤੀ ਕਉ ਸੰਤ ਮਿਲੈ ਬੜ ਭਾਗੀ। ਮੈਨੂੰ ਕੋਈ ਪੂਰਨ ਮਹਾਂਪੁਰਸ਼ ਮਿਲ ਜਾਏ ਮੈਂ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ। ਪਾਏ ਲੱਗੋ ਮੋਹਿ ਕਰੂੰ ਬੇਨਤੀ ਮੈਂ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਾਂ। ਪੂਰਨ ਮਹਾਤਮਾ ਤੋਂ ਬਿਨਾਂ ਪੂਰਨ ਸਾਧੂ ਤੋਂ ਬਿਨਾਂ ਸਾਡਾ ਜੀਵਨ ਹੈ ਜਿਹੜਾ ਇਹ ਅਧੂਰਾ। ਜਿਤਨਾ ਚਿਰ ਸਾਨੂੰ ਕੋਈ ਮਾਰਗ ਦੱਸਣ ਵਾਲਾ ਨਹੀਂ ਅਸੀਂ ਤੁਰਦੇ ਜਾਂਦੇ ਹਾਂ ਔਰ ਤੁਰਦਿਆਂ ਤੁਰਦਿਆਂ ਜਿੱਥੇ ਜਾਣਾ ਉਸ ਮੰਜ਼ਿਲ ਦਾ ਸਾਨੂੰ ਪਤਾ ਨਹੀਂ ਕਿੱਥੇ ਪਹੁੰਚਣਾ ਰਸਤਾ ਕੀ ਹੈ। ਜੇ ਕੋਈ ਰਸਤਾ ਦੱਸੇਗਾ ਫਿਰ ਉਹ ਸਹਿਜੇ ਮੰਜ਼ਿਲ ਦੇ ਉੱਤੇ ਪਹੁੰਚਿਆ ਜਾ ਸਕਦਾ ਹੈ। ਪਾਏ ਲੱਗੋ ਮੋਹਿ ਕਰੂੰ ਬੇਨਤੀ ਕਉ ਸੰਤ ਮਿਲੈ ਬੜ ਭਾਗੀ ਮਨ ਅਰਪੋਂ। ਸਾਹਿਬ ਕਹਿੰਦੇ ਮੈਂ ਜਿਵੇਂ ਕਿ ਉਸ ਮਹਾਂਪੁਰਸ਼ ਦੇ ਚਰਨਾਂ ਦੇ ਵਿੱਚ ਮੈਂ ਕੀ ਭੇਟਾ ਕਰਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨ ਅਰਪੋਂ ਪਹਿਲੇ ਆਪਦਾ ਮਨ ਉਹਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਹਾਂ। ਮਨ ਅਰਪੋਂ ਧਨ ਰਾਖੋਂ ਆਗੀ। ਜੋ ਤੇਰੇ ਕੋਲ ਹੈ ਉਹ ਵੀ ਉਸ ਪੂਰਨ ਮਹਾਤਮਾ ਦੇ ਚਰਨਾਂ ਦੇ ਵਿੱਚ ਰੱਖ ਦੇ। ਮਨ ਤਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਵੱਡੀ ਗੱਲ ਸਾਰਾ ਕੁਝ ਸੌਂਪ ਕੇ ਸਾਹਿਬ ਕਹਿੰਦੇ ਉਹਦੇ ਹੁਕਮ ਦੇ ਵਿੱਚ ਆ ਜਾ। ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਨੇ ਕਉ ਨਾਨਕ ਹਰ ਭਜਮਨ ਦੁਰਲਭ ਮਾਨੁਖ ਦੇ। ਜੇ ਸੁਖ ਚਾਹੁੰਦੇ ਪੂਰਨ ਮਹਾਤਮਾ ਦੀ ਸ਼ਰਨ ਦੇ ਵਿੱਚ ਆ ਜਾ। ਇੱਥੇ ਆ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਵੀ ਸ਼ਰਨ ਰਾਮ ਦੀ ਆ ਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ।
ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਸ਼ਰਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਸਨ ਰਾਮ ਦੀ ਆਇਆ ਜੇ ਸੁਖ ਸਦਾ ਵਾਸਤੇ ਚਾਹੁੰਦੇ ਸਨ ਰਾਮ ਦੀ ਆਇਆ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਸੋਨਾ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਜੇ ਸੁਖ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਜੇ ਸੁਖ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਚਾਹੁੰਦੇ ਸਦਾ ਵਾਸਤੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਧਨ ਰਾਮ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਹੁੰਦੇ ਸਾਹਿਬ ਕਹਿੰਦੇ ਮਨ ਅਰਪੋ ਮਨ ਅਰਪੋ ਧਨ ਰਾਖੋ ਆਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਮਨ ਦੀ ਮਤ ਤਿਆਗਣੀ ਪਏਗੀ ਸਾਹਿਬ ਕਹਿੰਦੇ ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠੈਨੀ ਰੇ ਇਹ ਬੜੀ ਔਖੀ ਮੰਜ਼ਿਲ ਹੈ ਫਕੀਰ ਦੀ ਮੰਜ਼ਿਲ ਸਾਧੂ ਮਹਾਤਮਾ ਸਾਡੇ ਕਲਯੁਗੀ ਜੀਵਾਂ ਦੇ ਭਲੇ ਦੇ ਲਈ ਸੰਸਾਰ ਦੇ ਵਿੱਚ ਆਉਂਦੇ ਨੇ ਮਨ ਅਰਪੋ ਧਨ ਰਾਖੋ ਆ ਗਏ ਮਨ ਕੀ ਮਤ ਮੁਇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋ ਤਿਸ ਪਿੱਛੇ ਬੈਰਾਗੀ ਕਹਿੰਦੇ ਜਿਹਨੇ ਪਰਮੇਸ਼ਰ ਦੇ ਗੀਤ ਸੁਣਾਏ ਪਰਮੇਸ਼ਰ ਦੇ ਗੁਣ ਗਾਏ ਅਨ ਦਿਨ ਦਿਨ ਤੇ ਰਾਤ ਮੈਂ ਉਸ ਪੂਰਨ ਮਹਾਤਮਾ ਦੇ ਬੈਰਾਗੀ ਹੋ ਕੇ ਉਹਦੇ ਚਰਨਾਂ ਦਾ ਭੌਰਾ ਬਣ ਕੇ ਰਹਾ ਪੂਰਵ ਕਰਮ ਅੰਕਰ ਜਾਂ ਪ੍ਰਗਟੇ ਸਾਡੇ ਪਿਛਲੇ ਜਨਮਾਂ ਦੇ ਬੀਜੇ ਹੋਏ ਬੀਜ ਅੰਕਰ ਕਿਤੇ ਪ੍ਰਗਟ ਹੋ ਜਾਏ ਕਿਤੇ ਜੰਮ ਪਏ ਬੀਜ ਪੂਰਵ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦ ਪੂਰਨ ਮਹਾਤਮਾ ਦੀ ਕਿਰਪਾ ਹੋ ਗਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੇਰੇ ਜਨਮਾਂ ਜਨਮਾਂਤਰਾਂ ਦੇ ਸੁੱਤੇ ਹੋਏ ਭਾਗ ਪੂਰਨ ਮਹਾਤਮਾ ਜਗਾ ਦਿੰਦਾ ਯਾਗ ਲਾ ਦਿੰਦਾ ਜਿਵੇਂ ਦੁੱਧ ਨੂੰ ਯਾਗ ਲਾਏ ਤੋਂ ਬਿਨਾਂ ਉਹਦਾ ਦਹੀਂ ਨਹੀਂ ਬਣੇਗਾ ਦਹੀਂ ਤਾਂ ਬਣੇਗਾ ਜੇ ਉਹਨੂੰ ਯਾਗ ਲੱਗੇਗਾ ਯਾਗ ਲਾ ਕੇ ਦਹੀਂ ਬਣੇਗਾ ਦਹੀਂ ਰਿੜਕੋਗੇ ਮੱਖਣ ਆਏਗਾ ਮੱਖਣ ਦਾ ਫਿਰ ਘੀ ਬਣੇਗਾ ਮੇਰੇ ਸਾਹਿਬ ਕਹਿੰਦੇ ਹੈ ਦੁੱਧ ਦੇ ਵਿੱਚ ਹੀ ਸਾਰਾ ਕੁਛ ਪਰ ਵਿਧੀ ਅਨੁਸਾਰ ਉਹਨੂੰ ਉਬਾਲ ਕੇ ਮਾਈਆਂ ਬੀਬੀਆਂ ਤੱਤਾ ਧਰਦੀਆਂ ਨੇ ਫਿਰ ਦਹੀਂ ਲਾਉਂਦੀਆਂ ਨੇ
ਫਿਰ ਰਿੜਕਦੀਆਂ ਨੇ, ਮੱਖਣ ਕੱਢਦੀਆਂ ਨੇ, ਘੀ ਬਣਾਉਂਦੀਆਂ ਨੇ। ਮੇਰੇ ਪਾਤਸ਼ਾਹ ਕਹਿੰਦੇ ਐਸੇ ਤਰ੍ਹਾਂ ਜਿਵੇਂ ਲੱਕੜੀ ਦੇ ਵਿੱਚ ਅੱਗ ਸਿਪੀ ਹੋਈ ਹੈ, ਅੱਗ ਲੱਕੜੀ ਦੇ ਵਿੱਚ ਹੀ ਹੈ, ਜਦ ਸਪਰਸ਼ ਹੁੰਦਾ ਤਾਂ ਲੱਕੜੀ ਦੇ ਵਿੱਚੋਂ ਅੱਗ ਉਤਪੰਨ ਹੋ ਜਾਂਦੀ ਹੈ। ਪੂਰਨ ਮਹਾਤਮਾ ਭਾਈ ਗੁਰਦਾਸ ਜੀ ਕਹਿੰਦੇ ਕਹਾਣੀ ਤਿਲ ਪੜਾਏ ਤੇਨ ਕਢਾਇਆ। ਕਹਿੰਦੇ ਪੂਰਨ ਮਹਾਤਮਾ ਦਾ ਜੀਵਨ ਪਰਾਏ ਦਾ ਭਲਾ ਕਰਨ ਦੇ ਲਈ, ਜਿਵੇਂ ਚੰਗਾ ਰੁੱਖ ਵਢਾਏ ਰਵਾਬ ਕਢਾਇਆ। ਵਧੀਆ ਰੁੱਖ ਵੱਢਿਆ, ਉਸ ਰੁੱਖ ਦੇ ਵਿੱਚੋਂ ਕੁਝ ਲੱਕੜੀ ਹੋਰ ਕੰਮ ਆਈ, ਕੁਝ ਜਾਲ ਲਈ, ਪਰ ਉਹਦੇ ਵਿੱਚ ਥੋੜ੍ਹੀ ਜਿਹੀ ਲੱਕੜੀ ਭਾਈ ਗੁਰਦਾਸ ਜੀ ਕਹਿੰਦੇ ਕੰਮ ਆਈ। ਕਾਹਦੇ? ਰਵਾਬ ਬਣੀ। ਆ ਹਾਰਮੋਨੀਅਮ ਹੈ, ਇਹ ਲੱਕੜੀ ਵੀ ਕਰਮਾਂ ਵਾਲੀ ਹੈ, ਜਿਹੜੀ ਗੁਰੂ ਦੇ ਦਰ 'ਤੇ ਆ ਕੇ ਜਸ ਗਾਉਂਦੀ ਹੈ। ਇੱਕ ਹਾਰਮੋਨੀਅਮ ਉਹ ਨੇ ਜਿਹੜੇ ਦਿਨ ਰਾਤ ਗੰਦੇ ਗੀਤ, ਉਹਨਾਂ 'ਤੇ ਤਰਜ਼ਾਂ ਨਿਕਲਦੀਆਂ ਨੇ, ਉਹ ਵੱਜਦੇ ਨੇ। ਇੱਕ ਉਹ ਸਾਜ਼ ਨੇ ਜਿਹੜੇ ਗੁਰੂ ਦੇ ਦਰ 'ਤੇ ਹਰੀ ਜਸ ਗਾਉਂਦੇ ਨੇ, ਨਾਮ ਜਪਦੇ ਨੇ। ਉਹਨਾਂ ਸਾਜ਼ਾਂ ਦੇ ਵੀ, ਉਸ ਲੱਕੜੀ ਦੇ ਵੀ ਭਾਈ ਸਾਹਿਬ ਜੀ ਕਹਿੰਦੇ ਚੰਗੇ ਭਾਗ ਨੇ। ਕਹਿੰਦੇ ਚੰਗਾ ਰੁੱਖ ਵਢਾਏ ਰਵਾਬ ਕਢਾਇਆ। ਅੱਗੇ ਕਹਿੰਦੇ ਸੇਲੀ ਹੋਏ ਕੁਹਾਏ ਮਾਸ ਬਣਾਇਆ। ਸੇਲੀ, ਸੇਲੀ ਕਹਿੰਦੇ ਨੇ ਬੱਕਰੀ ਦੀ ਪਠੋਰੀ ਨੂੰ। ਕਹਿੰਦੇ ਅਗਲੀ ਕੁਰਬਾਨੀ ਕੀਤੀ, ਪਹਿਲੀ ਕੁਰਬਾਨੀ ਰੁੱਖ ਨੇ ਕੀਤੀ। ਰੁੱਖ ਵੱਢਿਆ, ਉਹਦੇ ਵਿੱਚ ਥੋੜ੍ਹੀ ਜਿਹੀ ਲੱਕੜੀ ਰਵਾਬ ਦੇ ਲਈ ਕੱਢੀ। ਕੱਲੀ ਲੱਕੜ ਨਹੀਂ ਵੱਜਦੀ, ਆ ਢੋਲਕ ਹੈ, ਇਹ ਨਾ ਮੜੀ ਹੋਏ ਤਾਂ ਕੱਲੀ ਲੱਕੜ ਨਹੀਂ ਵੱਜੇਗੀ। ਕਹਿੰਦੇ ਦੂਜੀ ਕੁਰਬਾਨੀ ਕੀਤੀ ਬੱਕਰੀ ਦੀ ਪਠੋਰੀ ਨੇ। ਕਹਿੰਦੇ ਸੇਲੀ ਹੋਏ ਕੁਹਾਏ। ਕੁਹਾਏ ਕਹਿੰਦੇ ਨੇ ਮਾਰਨਾ। ਉਹ ਸੇਲੀ ਨੂੰ, ਉਹ ਪਠੋਰੀ ਨੂੰ ਮਾਰਨ ਵਾਲਿਆਂ ਨੇ ਮਾਰ ਦਿੱਤਾ। ਮਾਸ ਬਣਾਇਆ। ਕਹਿੰਦੇ ਉਹਦੇ ਮਾਸ ਨੂੰ ਬੰਨ ਕੇ ਖਾਣ ਵਾਲੇ ਖਾ ਗਏ। ਅਗਲੀ ਪੰਕਤੀ 'ਚ ਭਾਈ ਸਾਹਿਬ ਜੀ ਕਹਿੰਦੇ ਆਂਦੋਂ ਤਾਰ ਬਣਾਏ ਚੰਮ ਮੜਾਇਆ। ਉਹ ਸੇਲੀਆਂ ਦੀ ਜਿਹੜੀਆਂ ਆਂਦਰਾਂ, ਉਸ ਪਠੋਰੀ ਦੀਆਂ, ਉਹਦੀਆਂ ਆਂਦਰਾਂ ਦੀ ਰਵਾਬ ਦੀ ਮੋਟੀ ਤਾਰ ਬਣੀ, ਜਿਹੜੀ ਰਵਾਬ ਦੇ ਵਿੱਚ ਪੈਂਦੀ ਹੈ। ਔਰ ਚੰਮ ਰਵਾਬ ਦੇ ਉੱਤੇ ਮੜਿਆ ਗਿਆ। ਉਹਦੀ ਕੁਰਬਾਨੀ ਪਠੋਰੀ ਦੀ। ਸਾਧੂ ਕੁਰਬਾਨੀ ਕਰਦਾ ਪਰ ਉਪਕਾਰ ਦੇ ਲਈ। ਸਾਧੂ ਦਾ ਜੀਵਨ ਹੀ, ਜਿਵੇਂ ਹਜ਼ੂਰ ਮਹਾਰਾਜ 50-52 ਸਾਲ ਤੋਂ ਇਸ ਸਥਾਨ 'ਤੇ ਮਹਾਂਪੁਰਸ਼ਾਂ ਦਾ ਬਚਨ ਕਮਾ ਰਹੇ ਨੇ। ਸਾਡੇ ਇਲਾਕੇ ਦੇ ਬੜੇ ਹੀ ਮਹਾਨ ਯੁੱਗ ਪੁਰਸ਼, ਜਿਨ੍ਹਾਂ ਨੂੰ ਸੰਤ ਮਹਾਰਾਜ ਸੰਤ ਈਸਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਭਗਤ ਕਬੀਰ ਸਾਹਿਬ ਜੀ ਦਾ ਦਰਜਾ ਦਿਆ ਕਰਦੇ। ਜੇ ਕਬੀਰ ਦੇ ਦਰਸ਼ਨ ਕਰਨੇ ਨੇ ਤਾਂ ਸਿਆੜ ਜਾ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੋ। ਉਹਨਾਂ ਸਮਿਆਂ ਦੇ ਅੰਦਰ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਸੰਤ ਮਹਾਰਾਜ ਜੀ ਜਿੱਤਵਾਲ ਸਾਡੇ ਠਾੜ ਸੀ ਨੇੜੇ, ਉੱਥੇ ਰਾਮ ਤਲਾਈ ਬਣੀ ਹੋਈ ਸੀ, ਛੋਟਾ ਜਿਹਾ ਤਲਾ, ਉਹਨੂੰ ਤਲਾਈ ਕਹਿੰਦੇ ਸਨ, ਰਾਮ ਤਲਾਈ। ਅੱਜ ਕੱਲ੍ਹ ਮਾਘ ਦੇ ਮਹੀਨੇ ਹਜ਼ੂਰ ਮਹਾਰਾਜ ਜੀ ਗਲ ਗਲ ਪਾਣੀ ਦੇ ਵਿੱਚ ਉਸ ਤਲਾਈ ਦੇ ਵਿੱਚ ਖੜ੍ਹੇ। ਅਸੀਂ ਨਿੱਕੇ ਨਿੱਕੇ ਹੁੰਦੇ ਮੈਂ ਆਪ ਦਰਸ਼ਨ ਕੀਤੇ ਨੇ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ। ਮੈਂ ਕਹਿੰਦਾ ਇਤਨੀ ਮਹਾਨ ਕਰਨੀ ਕਮਾਈ ਉਹਨਾਂ ਮਹਾਂਪੁਰਸ਼ਾਂ ਦੀ, ਕੋਈ ਆਪਦੇ ਲਈ ਨਹੀਂ, ਪਰਾਏ ਦੇ ਭਲੇ ਲਈ। ਇਸ ਧਰਤੀ ਦੇ ਉੱਤੇ ਹਜ਼ੂਰ ਮਹਾਰਾਜ ਜੀ ਨੂੰ ਬਿਠਾਇਆ। ਆਹ ਧਰਤੀ ਵੀ ਧੰਨ ਧੰਨ ਹੋ ਗਈ, ਭਾਗਾਂ ਵਾਲੀ ਬਣ ਗਈ। ਮੇਰੇ ਮਾਲੇ ਕਹਿੰਦੇ ਜਿੱਥੇ ਵੈਸ਼ਣ ਸਾਧ ਜਨ ਸੋ ਥਾਨ ਸਹੰਦਾ। ਜਿੱਥੇ ਪੂਰਨ ਮਹਾਤਮਾ ਆਪਦੇ ਚਰਨ ਟਿਕਾ ਦੇ, ਉਹ ਧਰਤੀ ਵੀ, ਉਹ ਜਗ੍ਹਾ ਵੀ, ਉਹ ਭਾਗਾਂ ਵਾਲੀ ਬਣ ਜਾਂਦੀ ਹੈ। ਵੀ ਉਹ ਤਾਂ ਧਰਤੀ ਵੀ ਧੰਨ ਧੰਨ ਕਰਨੀ ਹੈ।
ਧਰਤੀ ਤਨ ਤਨ ਕਰਨੀ ਏ। ਧਰਤੀ ਵੀ ਤਨ ਤਨ ਕਰਦੀ ਹੈ, ਧਰਤੀ ਵੀ ਤਨ ਤਨ ਕਰਦੀ, ਧਰਤੀ ਵੀ ਤਨ ਤਨ ਕਰਦੀ ਹੈ, ਉਹ ਤਾਂ ਧਰਤੀ ਤਨ ਤਨ ਕਰਦੀ ਉਹ ਤਾਂ ਧਰਤੀ ਵੀ ਤਨ ਤਨ ਕਰਦੀ ਏ। ਧਰਤੀ ਵੀ ਤਨ ਤਨ ਕਰਦੀ ਏ। ਧਰਤੀ ਵੀ ਤਨ ਤਨ ਕਰਦੀ ਹੈ, ਧਰਤੀ ਵੀ ਤਨ ਤਨ ਕਰਦੀ, ਧਰਤੀ ਵੀ ਤਨ ਤਨ ਕਰਦੀ ਹੈ, ਧਰਤੀ ਵੀ ਤਨ ਤਨ ਕਰਦੀ ਹੈ। ਜਿੱਥੇ ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਜਿੱਥੇ ਬੈਠਣ ਸੰਤ ਪਿਆਰੇ। ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਵੈਸਣ ਸੰਤ ਪਿਆਰੇ, ਵੈਸਣ ਸੰਤ ਪਿਆਰੇ, ਜਿਤ ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਜਿੱਥੇ ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ। ਬੈਠਣ ਸੰਤ ਪਿਆਰੇ, ਜਿਤ ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਜਿਤ ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਬੈਠਣ ਸੰਤ ਪਿਆਰੇ, ਜਿਤ ਬੈਠਣ ਸੰਤ ਪਿਆਰੇ। ਉਹ ਤਾਂ ਧਰਤੀ ਵੀ ਤਨ ਤਨ ਕਰਨੀ ਏ। ਧਰਤੀ ਤਨ ਤਨ ਕਰਨੀ ਏ। ਧਰਤੀ ਵੀ ਤਨ ਤਨ ਕਰਦੀ ਹੈ, ਧਰਤੀ ਵੀ ਤਨ ਤਨ ਕਰਦੀ, ਧਰਤੀ ਵੀ ਤਨ ਤਨ ਕਰਦੀ ਹੈ, ਧਰਤੀ ਵੀ ਤਨ ਤਨ ਕਰਦੀ। ਭਾਈ ਗੁਰਦਾਸ ਜੀ ਕਹਿੰਦੇ ਸੇਲੀ ਹੋਏ ਕੁਹਾਏ, ਮਾਸ ਬਣਾਇਆ ਆਨੋ ਤਾਰ ਬਣਾਏ, ਚੰਮ ਮੜਾਇਆ। ਕਹਿੰਦੇ ਰਵਾਬ ਤਿਆਰ ਹੋ ਗਈ, ਸਤ ਸੰਗਤ ਵਿੱਚ ਜਾਏ ਨਾਦ ਵਜਾਇਆ। ਇੱਥੇ ਆ ਕੇ ਗੁਰੂ ਨਾਨਕ ਦੇ ਦਰ ਤੇ ਸਤ ਸੰਗਤ ਦੇ ਵਿੱਚ ਆ ਕੇ ਉਸੇ ਰਵਾਬ ਤੇ ਰਾਗੀਆਂ ਨੇ ਰਾਗ ਉਤਪੰਨ ਕੀਤਾ, ਰਾਗ ਵਜਾਇਆ। ਉਸ ਰਾਗ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨੀ ਨਿਕਲੀ। ਅੱਗੇ ਕਹਿੰਦੇ ਨੇ ਗੁਰਮੁਖ ਆਪ ਗਵਾਏ ਸਹਿਜ ਸਮਾਇਆ। ਗੱਲਾਂ ਨਾਲ ਨਹੀਂ ਕਦੇ ਘਰ ਪੂਰਾ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਪੂਰਨ ਮਹਾਤਮਾ ਆਪਦਾ ਆਪ ਗਵਾਉਂਦਾ ਪਰਾਏ ਦੇ ਲਈ, ਪਰਾਏ ਦਾ ਭਲਾ ਕਰਨ ਦੇ ਲਈ ਆਪਦੇ ਆਪ ਦੀ ਸਰੀਰ ਦੀ ਆਹੂਤੀ ਦੇ ਦਿੰਦਾ, ਪਰਾਏ ਦਾ ਭਲਾ ਕਰਦਾ। ਹੁਣ ਮਾਘ ਦਾ ਮਹੀਨਾ ਹੈ, ਮਹਾਂਪੁਰਸ਼ਾਂ ਨੇ ਸਾਡੇ ਭਲੇ ਦੇ ਲਈ ਸਤਸੰਗ ਸਮਾਗਮ ਰਚੇ ਨੇ। ਇਹ ਮਹਾਂਪੁਰਸ਼ਾਂ ਦਾ ਪਰ ਉਪਕਾਰ ਹੈ ਸਾਡੇ ਕਲਯੁਗੀ ਜੀਵਾਂ ਦੇ ਉੱਤੇ। ਸਰਦਾ ਤੋਂ ਬਿਨਾਂ ਜਦ ਸਾਡਾ ਮਨ ਸਰਦਾ ਤੋਂ ਹੀਣਾ ਹੋ ਜਾਏ, ਫਿਰ ਗੁਰੂ ਦੀ ਵੀ ਕਰੋਪੀ ਹੋ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਸ ਸਮੇਂ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ, ਧੰਨ ਗੁਰੂ ਗੋਬਿੰਦ ਰਾਏ ਗੁਰਤਾ ਗੁਰਗੱਦੀ ਤੇ ਸੁਭਾਏਮਾਨ ਹੋਏ। ਹੁਸ਼ਿਆਰਪੁਰ ਦੇ ਰਹਿਣ ਵਾਲਾ ਰਿਆਸਤ ਦਾ ਰਾਜਾ ਜਸਵੰਤ ਰਾਏ, ਜਿਹਦੀ ਛੋਟੀ ਰਾਣੀ ਦਾ ਪੇਕਾ ਪਰਿਵਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਂਦਾ ਸੀ, ਸਤਸੰਗ ਕਰਦਾ, ਦਰਸ਼ਨ ਕਰਦਾ।
ਉਸ ਪੇਕੇ ਪਰਿਵਾਰ ਦੀ ਪ੍ਰੇਰਨਾ ਦੇ ਨਾਲ ਇਹ ਰਾਜਾ ਜਸਵੰਤ ਰਾਏ ਵੀ ਅਨੰਦਪੁਰ ਸਾਹਿਬ ਜਾਂਦਾ ਰਿਹਾ। ਪਰ ਡਾਕਟਰ ਵੀਰ ਸਿੰਘ ਜੀ ਲਿਖਦਾ ਵੀ ਜਿਸ ਸਮੇਂ ਸਤਿਗੁਰਾਂ ਨੇ ਸ਼ਹਾਦਤ ਦੇ ਦਿੱਤੀ, ਇਹ ਰਾਜਾ ਜਸਵੰਤ ਰਾਏ ਸਰਦਾ ਤੋਂ ਹੀਣਾ ਹੋ ਗਿਆ। ਇਹਦੇ ਮਨ ਦੇ ਅੰਦਰ ਕਿੰਤੂ ਪੈਦਾ ਹੋ ਗਿਆ ਕਿ ਵੀ ਜਿਹੜਾ ਗੁਰੂ ਆਪਦੀ ਰੱਖਿਆ ਨਹੀਂ ਕਰ ਸਕਿਆ, ਦਿੱਲੀ ਸ਼ਹੀਦ ਹੋ ਗਿਆ, ਉਹ ਸਾਡਾ ਕੀ ਕਰੇਗਾ। ਗੁਰੂ ਤੇ ਕਿੰਤੂ ਕਰ ਦਿੱਤਾ। ਜਦ ਕਹਿੰਦੇ ਕਿੰਤੂ ਮਨ ਵਿੱਚ ਪੈਦਾ ਹੋ ਜੇ, ਸਰਦਾ ਖਤਮ ਹੋ ਜਾਂਦੀ ਹੈ। ਸਰਦਾ ਤੋਂ ਹੀਣਾ ਹੋ ਗਿਆ। ਡਾਕਟਰ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਇਹਨੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਸਵੇਰ ਤੋਂ ਹੀ ਮਦ ਦਾ ਸੇਵਨ ਕਰਨ ਲੱਗਿਆ। ਇਹਦੀ ਰਾਣੀ ਦਿਨ ਰਾਤ ਕਲਗੀਆਂ ਵਾਲੇ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੀ, ਐ ਮੇਰੇ ਸਤਿਗੁਰੂ ਕਿਰਪਾ ਕਰੀ। ਪਹਿਲੇ ਮੈਂ ਸ਼ਬਦ ਪੜ੍ਹੇ ਹੈ, ਅਰਦਾਸਾਂ ਕਰਦੀ, ਗਰੀਬ ਨਵਾਜ ਸਾਡੀ ਇਹ ਜੀ ਰਹਿਮਤ ਕਰ। ਮੇਰੇ ਮਾਲਕ ਜੀ ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਤਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਤਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਤਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਤਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਦੇ ਦੇ ਨਾਮ ਦਾ ਸਹਾਰਾ ਨਾ ਕੋਈ ਲੋੜਦਾ ਪਿਆ, ਦੇ ਦੇ ਨਾਮ ਦਾ ਸਹਾਰਾ ਨਾ ਕੋਈ ਲੋੜਦਾ ਪਿਆ, ਨਾਮ ਦਾ ਸਹਾਰਾ ਨਾ ਕੋਈ ਲੋੜ, ਨਾਮ ਦਾ ਸਹਾਰਾ, ਨਾਮ ਦਾ ਸਹਾਰਾ ਨਾ ਕੋਈ ਤੋੜਨਾ ਤਿਆ, ਤੇਰੇ ਨਾਮ ਦਾ ਸਹਾਰਾ ਤੋੜਨਾ ਤਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਦਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਨਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਨਾ ਪਿਆ, ਚਰਨਾਂ ਦੇ ਨਾਲ ਨਿਭਜੇ ਤੋੜਨਾ ਪਿਆ, ਤੇਰੇ ਚਰਨਾਂ ਦੇ ਨਾਲ ਨਿਭਜੇ ਤੋੜਨਾ ਪਿਆ, ਇਹ ਸਵੇਰ ਤੋਂ ਹੀ ਕੁਕਰਮੀ ਹੋ ਗਿਆ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਨੂੰ ਮੰਦਾ ਚੰਗਾ ਬੋਲਦਾ ਕਿ 9 ਸਾਲ ਦਾ ਬੱਚਾ ਕੀ ਸਵਾਰੇਗਾ। ਅੱਜ ਇਹਦਾ ਰੱਖਿਆ ਹੋਇਆ ਮਾਲੀ, ਉਸ ਮਾਲੀ ਦੀ ਲੜਕੀ ਜਿਹੜੀ 12-13 ਸਾਲ ਦੀ ਹੈ, ਆਪਦੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਅੱਗੇ ਕਲਗੀਧਰ ਪਾਤਸ਼ਾਹ ਦਾ
ਪ੍ਰਕਾਸ਼ ਦਿਹਾੜਾ ਆਉਣਾ, ਕਿਰਪਾ ਕਰੋ ਕੋਈ ਕਰੁੱਤਾ ਫੁੱਲ ਉਗਾਓ ਜਿਹੜਾ ਮੈਂ ਬਾਜਾਂ ਵਾਲੇ ਦੇ ਪ੍ਰਕਾਸ਼ ਦਿਨ 'ਤੇ ਸਤਿਗੁਰਾਂ ਨੂੰ ਭੇਟਾ ਕਰਾਂ। ਡਾਕਟਰ ਵੀਰ ਸਿੰਘ ਜੀ ਲਿਖਦਾ ਕਿ ਇਸ ਮਾਲੀ ਨੇ ਕਰੁੱਤਾ ਚਕੋਦਰੇ ਦਾ ਫੁੱਲ ਪਿਓ ਧੀ ਨੇ ਪੈਦਾ ਕੀਤਾ, ਉਹਦੀ ਪਰਵਰਿਸ਼ ਕੀਤੀ, ਫੁੱਲ ਕਾਫੀ ਵੱਡਾ ਹੋ ਗਿਆ। ਉਧਰ ਰਾਜਾ ਜਸਵੰਤ ਰਾਏ, ਸ਼ਾਮ ਦਾ ਟਾਈਮ ਹੈ, ਅੱਜ ਬਾਗ ਦੇ ਵਿੱਚ ਚਲਿਆ ਗਿਆ, ਸ਼ਰਾਬ ਪੀਤੀ ਹੈ। ਮਾਲੀ ਆਪਦੇ ਰਾਜੇ ਨੂੰ ਬਾਗ ਵਿਖਾ ਰਿਹਾ ਹੈ। ਜਦੋਂ ਚਕੋਦਰੇ ਦੇ ਫੁੱਲ ਕੋਲ ਆਏ, ਨਾਲ ਮਾਲੀ ਦੀ ਬੇਟੀ ਹੈ। ਜਿਸ ਟਾਈਮ ਰਾਜੇ ਜਸਵੰਤ ਰਾਏ ਨੇ ਉਹ ਫੁੱਲ ਨੂੰ ਹੱਥ ਲਾਉਣਾ ਚਾਹਿਆ ਤਾਂ ਮਾਲੀ ਦੀ ਬੇਟੀ, ਜਿਹਨੂੰ ਸਰਦਾ ਹੈ ਬਾਜਾਂ ਵਾਲੇ 'ਤੇ, ਕਹਿਣ ਲੱਗੀ, ਪਿਤਾ ਜੀ ਆਪ ਬਾਗ ਦੇ ਮਾਲਕ ਹੋ, ਅਸੀਂ ਆਪ ਜੀ ਦੇ ਨੌਕਰ ਹਾਂ, ਪਰ ਆਪ ਜੀ ਨੇ ਮਦ ਦਾ ਸੇਵਨ ਕੀਤਾ ਹੈ। ਇਹ ਜੋ ਫੁੱਲ ਹੈ ਮੈਂ ਬਾਜਾਂ ਵਾਲੇ ਦੇ ਪ੍ਰਕਾਸ਼ ਦਿਹਾੜੇ 'ਤੇ ਭੇਟਾ ਕਰਨੇ, ਇਹਨੂੰ ਹੱਥ ਨਾ ਲਾਓ। ਜਦ ਇਹ ਗੱਲ ਰਾਜੇ ਜਸਵੰਤ ਰਾਏ ਨੇ ਸੁਣੀ, ਇੱਕ ਮਾਲੀ ਦੀ ਬੇਟੀ ਤੋਂ, ਇਹਦੇ ਮਨ ਦੇ ਅੰਦਰ ਹਉਮੈ ਪੈਦਾ ਹੋ ਗਈ, ਹੰਕਾਰ ਆ ਗਿਆ। ਇੱਕ ਨੌਕਰ ਦੀ ਲੜਕੀ, ਮੈਂ ਮਾਲਕ ਹੋਵਾਂ ਬਾਗ ਦਾ, ਤੂੰ ਮੈਨੂੰ ਰੋਕ ਰਹੀ ਹੈ। ਇਹਨੇ ਫੁੱਲ ਤੋੜਿਆ, ਭੋਰਾ ਭੋਰਾ ਕਰਕੇ ਸੁੱਟ ਦਿੱਤਾ। ਜਾਂ ਤੋੜਨ ਲੱਗਿਆ, ਇਹ ਮਾਲੀ ਦੀ ਬੇਟੀ ਦੇ ਮੁਖੋਂ ਨਿਕਲਿਆ, ਹੈ ਨਾ ਤੋੜੀ, ਹੈ ਨਾ ਤੋੜੀ। ਕਹਿੰਦੀ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਈ। ਹੁਣ ਮਾਲੀ ਨੇ ਨਾ ਬੇਟੀ ਚੁੱਕੀ, ਰਾਜੇ ਜਸਵੰਤ ਰਾਏ ਨੂੰ ਜਵਾਬ ਦੇ ਦਿੱਤਾ, ਅੱਜ ਤੇ ਮੈਂ ਤੇਰੀ ਮਾਲੀ ਦੀ ਡਿਊਟੀ ਨਹੀਂ ਕਰਨੀ। ਆਪਦੀ ਬੇਟੀ ਨੂੰ ਬੇਹੋਸ਼ ਛੱਡ ਕੇ ਮਾਲੀ ਆਪਦੇ ਘਰ ਚਲਿਆ ਗਿਆ। ਉਧਰ ਰਾਜਾ ਜਸਵੰਤ ਰਾਏ ਵੀ, ਇਹਨੇ ਵੀ ਲੜਕੀ ਚੁੱਕੀ ਨਹੀਂ, ਇਹ ਆਪਦੇ ਮਹਿਲਾਂ 'ਚ ਆ ਗਿਆ। ਪੈਂਦਾ ਨੀਂਦ ਨਹੀਂ ਆਉਂਦੀ, ਅੱਧੀ ਰਾਤ ਹੋ ਗਈ। ਇਹਦੀ ਰਾਣੀ ਜਿਹੜੀ ਰੋਜ਼ ਅਰਦਾਸਾਂ ਕਰਦੀ ਸੀ, ਐ ਬਾਜਾਂ ਵਾਲੇ ਸਤਿਗੁਰੂ, ਮੇਰਾ ਪਤੀ ਕੁਰਾਹੇ ਪੈ ਗਿਆ, ਮੇਰਾ ਪਤੀ ਭੁੱਲ ਗਿਆ। ਦਾਤਾ ਆਪ ਭੁੱਲਿਆਂ ਨੂੰ ਰਸਤੇ ਪਾਉਣ ਵਾਲੇ ਹੋ, ਆਪ ਕਿਰਪਾ ਕਰੋ, ਮੇਰੇ ਪਤੀ ਨੂੰ ਵੀ ਇਹਦੀ ਬੁੱਧੀ ਠੀਕ ਕਰੋ। ਜੋ ਮੰਦੇ ਚੰਗੇ ਲਫ਼ਜ਼ ਆਪਦੀ ਜ਼ੁਬਾਨ ਤੋਂ ਬੋਲਦਾ, ਸੱਚੇ ਪਾਤਸ਼ਾਹ ਰਹਿਮ ਕਰੋ। ਇਹ ਵੀ ਰੋਜ਼ ਅਰਦਾਸਾਂ ਕਰਦੀ ਹੈ। ਅੱਧੀ ਰਾਤ ਰਾਜਾ ਜਸਵੰਤ ਰਾਏ ਉੱਠਿਆ। ਇਹ ਰਾਣੀ ਪੁੱਛਦੀ ਹੈ, ਪਤੀ ਦੇਵ ਕੀ ਗੱਲ, ਅੱਜ ਸੌਂਦੇ ਕਿਉਂ ਨਹੀਂ? ਕਹਿਣ ਲੱਗਿਆ, ਮੇਰੇ ਕੋਲੋਂ ਅੱਜ ਰਾਣੀ ਬਹੁਤ ਵੱਡਾ ਪਾਪ ਹੋ ਗਿਆ। ਕਹਿੰਦੀ ਕੀ? ਆਪਣੇ ਮਾਲੀ ਦੀ ਲੜਕੀ, ਉਹਨੇ ਫੁੱਲ ਬੀਜਿਆ ਸੀ ਬਾਗ ਦੇ ਅੰਦਰ, ਕਰੁੱਤਾ ਫੁੱਲ, ਜੋ ਉਹਨੇ ਗੁਰੂ ਗੋਬਿੰਦ ਸਿੰਘ ਨੂੰ ਭੇਟਾ ਕਰਨਾ ਸੀ। ਮੈਂ ਜਦ ਹੱਥ ਲਾਉਣ ਲੱਗਿਆ, ਮੈਨੂੰ ਉਹਨੇ ਕਿਹਾ, ਇਹ ਫੁੱਲ ਨੂੰ ਹੱਥ ਨਾ ਲਾਓ, ਇਹ ਮੈਂ ਸਤਿਗੁਰਾਂ ਨੂੰ ਪ੍ਰਕਾਸ਼ ਦਿਨ 'ਤੇ ਭੇਟਾ ਕਰਨੇ। ਰਾਣੀ ਸਾਹਿਬਾਂ, ਮੇਰੇ ਮਨ ਦੇ ਅੰਦਰ ਮਦ ਪੀਤੀ ਹੋਣ ਦੇ ਕਾਰਨ ਹੰਕਾਰ ਆ ਗਿਆ। ਇੱਕ ਨੌਕਰ ਦੀ ਲੜਕੀ, ਮੈਂ ਰਾਜਾ, ਮੇਰਾ ਬਾਗ ਹੈ, ਇਹ ਮੈਨੂੰ ਰੋਕ ਰਹੀ ਹੈ। ਮੈਂ ਤੋੜਿਆ ਫੁੱਲ, ਭੋਰਾ ਭੋਰਾ ਕਰਕੇ ਧਰਤੀ 'ਤੇ ਸੁੱਟ ਦਿੱਤਾ। ਉਹ ਨਾ ਤੋੜੀ ਕਹਿ ਕੇ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਈ। ਔਰ ਮੇਰਾ ਪਿਆਰਾ ਮਾਲੀ, ਉਹ ਵੀ ਸਦਾ ਵਾਸਤੇ ਅਲਵਿਦਾ ਕਹਿ ਕੇ ਚਲਿਆ ਗਿਆ। ਰਾਣੀ ਕਹਿੰਦੀ ਹੈ, ਰਾਜਨ ਆਪ ਜੀ ਨੇ ਉਹ ਲੜਕੀ ਚੁੱਕੀ ਨਹੀਂ? ਕਹਿਣ ਲੱਗਿਆ, ਨਹੀਂ।
ਨਾ ਮਾਲੀ ਨੇ ਚੁੱਕੀ ਨਾ ਮੈਂ ਚੁੱਕੀ। ਮੈਨੂੰ ਨੀਂਦ ਨਹੀਂ ਆਉਂਦੀ। ਬਾਰ-ਬਾਰ ਮੇਰਾ ਮਨ ਉਸ ਲੜਕੀ ਵੱਲ ਜਾ ਰਿਹਾ ਹੈ ਕਿ ਮਨਾ ਤੈਂ ਬਹੁਤ ਵੱਡਾ ਪਾਪ ਕੀਤਾ ਹੈ, ਤੈਂ ਇੱਦਾਂ ਨਹੀਂ ਸੀ ਕਰਨਾ। ਰਾਣੀ ਸੋਚਦੀ ਹੈ ਅੱਜ ਮੇਰੇ ਗੁਰੂ ਦੀ ਮਿਹਰ ਹੋ ਰਹੀ, ਅੱਜ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਇਹਦਾ ਮਨ ਬਦਲ ਦਿੱਤਾ, ਮੇਰੀਆਂ ਅਰਦਾਸਾਂ ਨੂੰ ਬੂਰ ਪਿਆ, ਮੇਰੇ ਗੁਰੂ ਦੀ ਕਿਰਪਾ ਹੋਈ। ਕਹਿੰਦੀ ਰਾਜਨ ਫਿਰ ਕੀ ਕਰਨਾ? ਕਹਿੰਦਾ ਰਾਣੀ ਇੱਥੋਂ ਲੈਟਰਨ ਵਗੈਰਾ ਲੈ, ਕੁਝ ਪਾਣੀ ਜਲ ਲੈ ਨਾਲ, ਚੱਲ ਪਹਿਲੇ ਮਾਲੀ ਨੂੰ ਨਾਲ ਲਈਏ, ਉਹ ਲੜਕੀ ਨੂੰ ਬਾਗ ਵਿੱਚੋਂ ਚੁੱਕੀਏ। ਦੋਨੇ ਜੀ ਤਿਆਰ ਹੋਏ, ਪਹਿਲੇ ਮਾਲੀ ਦੇ ਘਰ ਗਏ। ਕਹਿਣ ਲੱਗਿਆ ਮੈਨੂੰ ਇਹ ਨਹੀਂ ਪਤਾ ਕਿ ਬਾਗ ਦੇ ਵਿੱਚ ਲੜਕੀ ਕਿੱਥੇ ਪਈ ਹੈ। ਕਹਿੰਦੀ ਚਲੋ ਪਹਿਲੇ ਮਾਲੀ ਦੇ ਘਰ ਚੱਲਦੇ ਹਾਂ। ਆਵਾਜ਼ ਦਿੱਤੀ, ਮਾਲੀ ਅੰਦਰੋਂ ਨਿਕਲਿਆ। ਮਾਲੀ ਕਹਿੰਦਾ ਰਾਜਨ ਤੈਂ ਚੰਗੀ ਨਹੀਂ ਕੀਤੀ, ਮੇਰੀ ਬੇਟੀ ਦਾ ਦਿਲ ਤੋੜਿਆ, ਤੈਂ ਮੇਰੀ ਬੇਟੀ ਦਾ ਬੀਜਿਆ ਹੋਇਆ ਚਕੋਦਰੇ ਦਾ ਫੁੱਲ ਬੜਾ ਸਰਦਾ ਦੇ ਨਾਲ ਪਾਲਿਆ ਹੋਇਆ, ਉਹਨੇ ਕਲਗੀਆਂ ਵਾਲੇ ਨੂੰ ਭੇਟਾ ਕਰਨਾ ਸੀ। ਐ ਰਾਜਨ ਤੈਂ ਚੰਗਾ ਨਹੀਂ ਕੀਤਾ, ਇੱਕ ਦਿਲ ਨੂੰ ਦਿਖਾਇਆ ਹੈ, ਉਹ ਚੰਗਾ ਹੁੰਦਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ, ਦਿਲਾਂ ਦੇ ਵਿੱਚ ਰੱਬ ਵਸਦਾ ਹੁੰਦਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ। ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ। ਚੰਗਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ। ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ। ਤੈਨੂੰ ਚਾਹੀਦਾ ਸੀ ਰੋਂਦਿਆਂ ਹਸਾਉਣਾ, ਦਿਲਾਂ ਵਿੱਚ ਰੱਬ ਵਸਦਾ। ਤੈਨੂੰ ਚਾਹੀਦਾ ਸੀ ਰੋਂਦਿਆਂ ਹਸਾਉਣਾ, ਦਿਲਾਂ ਵਿੱਚ ਰੱਬ ਵਸਦਾ। 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 ਤੈਨੂੰ ਚਾਹੀਦਾ ਸੀ ਰੋਂਦਿਆਂ ਹਸਾਉਣਾ, ਦਿਲਾਂ ਵਿੱਚ ਰੱਬ ਵਸਦਾ। ਐ ਰਾਜਨ ਮੈਂ ਤੈਨੂੰ ਇੱਕ ਦੋ ਗੱਲਾਂ ਨਸੀਹਤ ਦੀਆਂ ਦੇ ਰਿਹਾ। ਪਹਿਲੀ ਗੱਲ ਕਦੇ ਗੋਦੜੀ ਫਕੀਰ ਦੀ ਨਾ ਭੁੱਲੀਏ, ਗੋਦੜੀ ਫਕੀਰ ਦੀ ਨਾ ਭੁੱਲੀਏ, ਗੋਦੜੀ ਫਕੀਰ ਦੀ ਨਾ ਭੁੱਲੀਏ। ਦੂਜੀ ਗੱਲ ਕਦੇ ਮੰਦਾ ਨਾ ਫਕੀਰਾਂ ਤਾਈ ਬੋਲੀਏ, 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 ਕਦੇ ਮੰਦਾ ਨਾ ਫਕੀਰਾਂ ਤਾਈ ਬੋਲੀਏ। ਪਿੱਛੋਂ ਪੈ ਨਾ ਜਾਈ
ਪਛਤਾਉਣਾ ਦਿਲਾਂ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਓ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਓ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਓ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ। ਅੱਗੇ ਕਹਿਣ ਲੱਗਿਆ ਯਾਦਵ ਕੁਲ ਨੇ ਭਗਵਾਨ ਕ੍ਰਿਸ਼ਨ ਦੀ ਕੁਲ ਦੇ ਵਿੱਚੋਂ 20-25 ਅਣਦਾੜੀਏ ਮੁੰਡੇ ਇੱਕ ਨੌਜਵਾਨ ਲੜਕੇ ਦੇ ਬੀਬੀਆਂ ਭੈਣਾਂ ਵਾਲੇ ਬਸਤਰ ਬੰਨ੍ਹ ਪਾ ਦਿੱਤੇ, ਪੇਟ ਉੱਤੇ ਸੰਨਾ ਬੰਨ੍ਹ ਦਿੱਤਾ, ਕਾਂਸੀ ਦੇ ਸੰਨੇ ਹੁੰਦੇ। ਦਰਵਾਸਾ ਰਿਸ਼ੀ ਕੋ ਚਲੇ ਗਏ। ਉਹ ਰਿਸ਼ੀਆ ਤੈਨੂੰ ਲੋਕ ਕਹਿੰਦੇ ਨੇ ਤਰਕਾਲੀ ਐ, ਤੂੰ ਜਾਣੀ ਜਾਣ ਹੈ। ਆ ਸਾਡੇ ਨਾਲ ਇੱਕ ਲੜਕੀ ਹੈ, ਇਹਦੇ ਉਦਰ ਦੇ ਵਿੱਚ ਬੱਚਾ ਹੈ, ਇਉਂ 10ਵੀਂ ਪੁੱਤਰ ਹੈ ਕਿ ਧੀ ਹੈ। ਗੁਰਬਾਣੀ ਕਹਿੰਦੀ ਹੈ ਦਰਵਾਸਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਈ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਦਰਵਾਸਾ ਕਹਿੰਦਾ ਉਹ ਚਲੇ ਜਾਓ। ਆਪ ਭਗਵਾਨ ਕ੍ਰਿਸ਼ਨ ਦੀ ਕੁਲ ਵਿੱਚੋਂ ਮੇਰੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ ਭਾਗਵਾਨ ਸੇਵਾ ਕਰੇ ਕਹਿੰਦੀ ਹੁਜਤ ਕਰੇ ਪਨੀਤ। ਜਾਓ ਚਲੇ ਜਾਓ। ਕਹਿੰਦੀ ਤੂੰ ਤਾਂ ਫਿਰ ਪਖੰਡੀ ਹੈ, ਤੈਨੂੰ ਐਵੇਂ ਤਰਕਾਲੀ ਕਹਿੰਦੇ ਨੇ। ਉਹਨੇ ਫੇਰ ਕਿਹਾ ਚਲੇ ਜਾਓ। ਮੇਰੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਧਰਤੀ ਪਲਟਾ ਖਾ ਸਕਦੀ ਹੈ। ਸੂਰਜ ਤੇ ਚੰਦਰਮਾ ਆਪਦੀ ਜਗ੍ਹਾ ਛੱਡ ਕੇ ਚੜ੍ਹਨੋਂ ਹਟ ਸਕਦੇ ਨੇ, ਪਰ ਮੇਰੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਕਦੇ ਆਲਾ ਨਹੀਂ ਜਾਂਦਾ। ਚਲੇ ਜਾਓ। ਜਾਂ ਨਾ ਹਟੇ ਸੁਭਾਵਿਕ ਬਚਨ ਕਹਿ ਦਿੱਤਾ, ਇਹਦੇ ਉਦਰ ਵਿੱਚੋਂ ਉਹ ਜੰਮੇਗਾ, ਤੁਹਾਡੀ ਕੁਲ ਦਾ ਨਾਸ ਕਰੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜੇ ਜਸਵੰਤ ਰਾਏ ਨੂੰ ਮਾਲੀ ਨਸੀਹਤ ਦੇ ਰਿਹਾ ਹੈ, ਐ ਰਾਜਨ ਹਉਮੈ ਦੇ ਵਿੱਚ ਆਏ ਸੀ ਯਾਦਵਾਂ ਦੇ ਨੌਜਵਾਨ ਲੜਕੇ, ਕੁਲ ਦਾ ਨਾਸ ਕਰਾਇਆ ਸੀ, ਪਰ ਤੂੰ ਵੀ ਚੰਗਾ ਨਹੀਂ ਕੀਤਾ। ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ, ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ। ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ, ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ, ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ, ਇੱਕ ਯਾਦਵਾਂ ਨੇ ਸੰਤ ਨੂੰ ਦੁਖਾਇਆ ਸੀ। ਉਹਦਾ ਫਿਰ ਰਿਜ਼ਲਟ ਕੀ ਨਿਕਲਿਆ ਸੀ? ਉਹਨਾਂ ਕੁਲਾਂ ਵਾਲਾ ਨਾਸ ਕਰਾਇਆ ਸੀ, 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 ਉਹਨਾਂ ਕੁਲਾਂ ਵਾਲਾ ਨਾਸ ਕਰਾਇਆ ਸੀ। ਮੇਰਾ ਬੀਤ ਗਿਆ ਹੱਥ ਨਹੀਂ ਆਉਣਾ, ਦਿਲਾਂ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ ਨਹੀਂ
ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ, ਦਿਲਾਂ ਵਿੱਚ ਰੱਬ ਵਸਦਾ। ਐ ਰਾਜਨ, ਤੇਰੇ ਨਾਲ ਜਾਣਾ ਤਾਂ ਨਹੀਂ ਸੀ, ਪਰ ਰਾਣੀ ਸਾਹਿਬ ਆਈ ਹੈ, ਹੁਣ ਮੈਂ ਜ਼ਰੂਰ ਚੱਲਾਂਗਾ। ਮਾਲੀ ਨਾਲ ਚੱਲਿਆ, ਗੜ੍ਹਵੇ 'ਚ ਜਲ ਲਿਆ। ਜਾ ਕੇ ਉਹ ਲੜਕੀ ਉਸੇ ਤਰ੍ਹਾਂ ਮੂਰਛਾ ਸਾਈ ਬੇਹੋਸ਼ ਪਈ ਹੈ। ਡਾਕਟਰ ਵੀਰ ਸਿੰਘ ਕਹਿੰਦਾ, ਜਿਸ ਸਮੇਂ ਗੜ੍ਹਵੇ ਦੇ ਵਿੱਚੋਂ ਚੂੜੀ ਜਲਦੀ ਉਸ ਬੱਚੀ ਦੇ ਮੂੰਹ ਵਿੱਚ ਪਾਈ, ਉਸ ਬੱਚੀ ਨੂੰ ਸੁਰਤ ਆਈ। ਸੁਰਤ ਆਉਂਦਿਆਂ ਹੀ ਮੂੰਹ ਦੇ ਵਿੱਚੋਂ ਕੀ ਨਿਕਲਿਆ, ਪੜ੍ਹ ਲਓ ਜਰਾ। ਬਾਜਾਂ ਵਾਲਿਆ ਗੁਰੂਆ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਦੇਵੇਂਗਾ ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲੇ ਗੁਰੂਆ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਹੋਣਗੇ ਦਿਦਾਰੇ, ਕਲਗੀਆਂ ਵਾਲਿਆ ਗੁਰੂਆ ਕਦੋਂ ਦੇਵੇਂਗਾ ਦਿਦਾਰੇ, ਬਾਜਾਂ ਵਾਲਿਆ ਸਤਿਗੁਰ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲੇ ਗੁਰੂਆ 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 ਕਦੋਂ ਹੋਣਗੇ ਦਿਦਾਰੇ, ਹੋਣਗੇ ਦਿਦਾਰੇ 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 ਕਦੋਂ ਦੇਵੋਗੇ ਦਿਦਾਰੇ, ਹੋਣਗੇ ਦਿਦਾਰੇ ਕਦੋਂ ਹੋਣਗੇ 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 ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਹੋਣਗੇ ਦਿਦਾਰੇ, ਬਾਜਾਂ ਵਾਲਿਆ ਗੁਰੂਆ ਕਦੋਂ ਦੇਵੋਗੇ ਦਿਦਾਰੇ, ਬਾਜਾਂ ਵਾਲੇ ਗੁਰੂਆ ਕਦੋਂ ਹੋਣਗੇ 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 ਦਿਦਾਰੇ। ਇਹ ਲੜਕੀ ਹੋਸ਼ ਵਿੱਚ ਆਈ, ਘਰ ਲਿਆਂਦੀ। ਦਿਨ ਚੜ੍ਹਿਆ। ਰਾਜਾ ਜਸਵੰਤ ਰਾਏ ਆਪਦੀ ਰਾਣੀ ਨੂੰ ਕਹਿੰਦੇ, ਪਿਟਾਵਾ ਤਿਆਰ ਕਰੋ, ਮੈਂ ਬਹੁਤ ਵੱਡਾ ਗੁਨਾਹੀ ਹਾਂ, ਮੈਨੂੰ ਕਲਗੀਆਂ ਵਾਲੇ ਦੇ ਚਰਨਾਂ 'ਚ ਲੈ ਕੇ ਚੱਲੋ, ਨਾਲ ਮਾਲੀ ਦੀ ਬੇਟੀ, ਆਪ ਨਾਲ ਚੱਲੋ। ਤਿਆਰੀ ਕੀਤੀ। ਡਾਕਟਰ ਵੀਰ ਸਿੰਘ ਲਿਖਦਾ, ਬੜੀਆਂ ਕੀਮਤੀ ਪਿਟਾਵਾਂ ਰਾਜੀ ਜਸਵੰਤ ਰਾਏ ਨੇ ਨਾਲ ਲਈਆਂ। ਅਨੰਦਪੁਰ ਸਾਹਿਬ ਨੂੰ ਚਾਲੇ ਪਾਏ।
ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਦ ਪਹੁੰਚੇ, ਮੇਰੇ ਬਾਝਾਂ ਵਾਲੇ ਸਤਿਗੁਰੂ ਸੰਗਤਾਂ ਨੂੰ ਤਾਰ ਰਹੇ ਨੇ। ਇੱਕ ਪਾਸੇ ਗਲਾਂ ਵਿੱਚ ਮਾਲਾ ਪਾਈਆਂ ਨੇ, ਹੱਥਾਂ ਵਿੱਚ ਸਿਮਰਨੇ ਫੜੇ ਨੇ, ਬਿਹੰਗਮ ਬੈਠੇ ਨੇ, ਸਿੱਧੇ ਗੋਲ ਦਸਤਾਰੇ ਸਜਾਏ ਨੇ ਸਫੈਦ ਰੰਗ ਦੇ। ਇੱਕ ਪਾਸੇ 5-5 ਸ਼ਸਤਰ ਲਾਏ ਨੇ, ਵੀਰ ਆਸਣ ਬੈਠੇ ਨੇ ਜੰਗੀ ਯੋਧੇ। ਔਰ ਮੇਰੇ ਕਲਗੀਆਂ ਵਾਲੇ ਸਿੰਘਾਸਣ 'ਤੇ ਬਿਰਾਜਮਾਨ ਨੇ, ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰ ਰਹੇ ਨੇ। ਇੰਨਿਆਂ ਚਿਰਾਂ ਨੂੰ ਇਹ ਰਾਜਾ ਜਸਵੰਤ ਰਾਏ ਆਪਦੇ ਮਹਿਲ ਮਾਲੀ ਤੇ ਮਾਲੀ ਦੀ ਬੇਟੀ ਲੈ ਕੇ ਕਲਗੀਆਂ ਵਾਲੇ ਦੇ ਚਰਨਾਂ 'ਚ ਹਾਜ਼ਰ ਹੋਇਆ। ਨਮਸਕਾਰ ਕੀਤੀ, ਪਿਟਾਵਾਂ ਅੱਗੇ ਰੱਖੀਆਂ, ਲੰਬਾ ਪੈ ਗਿਆ ਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ। ਬਾਜਾਂ ਵਾਲਿਆ, ਮੈਂ ਬਹੁਤ ਵੱਡਾ ਪਾਪੀ ਹਾਂ। ਮੈਂ ਆਪ ਜੀ ਨੂੰ ਬੜੇ ਮੰਦੇ ਸ਼ਬਦ ਬੋਲਦਾ ਰਿਹਾ। ਮੈਂ ਮਦ ਦੇ ਨਸ਼ੇ ਦੇ ਵਿੱਚ ਮੈਂ ਬਹੁਤ ਕੁਝ ਆਪ ਜੀ ਦੇ ਖਿਲਾਫ ਬੋਲਿਆ। ਪਰ ਬਾਜਾਂ ਵਾਲਿਆ, ਨਾਲ ਤਾਂ ਘੁੱਟ ਕੇ ਚਰਨ ਫੜੇ ਨੇ, ਅੱਖਾਂ ਦੇ ਹੰਝੂਆਂ ਦੇ ਨਾਲ ਚਰਨ ਧੋ ਰਿਹਾ, ਨਾਲੇ ਕਹਿ ਰਿਹਾ ਬਾਜਾਂ ਵਾਲਿਆ, ਬਾਜਾਂ ਵਾਲਿਆ ਗੁਰੂਆ ਬਖਸ਼ ਲਵੇਂਗਾ ਕਿ ਨਾ। ਕਲਗੀਆਂ ਵਾਲਿਆ ਗੁਰੂਆ ਬਖਸ਼ ਲਵੇਂਗਾ ਕਿ ਨਾ। ਬਾਜਾਂ ਵਾਲੇ 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 ਗੁਰੂਆ ਬਖਸ਼ ਲਵੇਂਗਾ ਕਿ ਨਾ। ਮੈਂ ਕੀਤੇ ਪਾਪ ਬਥੇਰੇ, ਕੀਤੇ ਪਾਪ ਬਥੇਰੇ, ਕੀਤੇ ਪਾਪ ਬਥੇਰੇ, ਮੈਂ ਕੀਤੇ ਪਾਪ ਬਥੇਰੇ। ਕੀਤੇ ਪਾਪ ਬਥੇਰੇ, ਮੈਂ ਕੀਤੇ ਪਾਪ ਬਥੇਰੇ। ਮੈਂ ਆਇਆ ਦੁਆਰੇ ਤੇਰੇ, ਆਇਆ ਦੁਆਰੇ ਤੇਰੇ, ਆਇਆ ਦੁਆਰੇ ਤੇਰੇ, ਮੈਂ ਆਇਆ ਦੁਆਰੇ ਤੇਰੇ। ਆਇਆ ਦੁਆਰੇ ਤੇਰੇ, ਮੈਂ ਆਇਆ ਦੁਆਰੇ ਤੇਰੇ। ਬਾਜਾਂ ਵਾਲਿਆ ਗੁਰੂਆ ਬਖਸ਼ ਲਵੇਂਗਾ ਕਿ ਨਾ। ਕਲਗੀਆਂ ਵਾਲੇ ਸਤਿਗੁਰ ਬਖਸ਼ ਲਵੋਗੇ ਕਿ ਨਾ। ਬਾਜਾਂ ਵਾਲੇ ਗੁਰੂਆ ਬਖਸ਼ ਲਵੇਂਗਾ ਕਿ ਨਾ। ਕਲਗੀਆਂ ਵਾਲੇ ਗੁਰੂਆ ਬਖਸ਼ ਲਵੇਂਗਾ ਕਿ ਨਾ। ਬਾਜਾਂ ਵਾਲੇ ਗੁਰੂਆ ਬਖਸ਼ ਲਵੇਂਗਾ ਕਿ ਨਾ। ਬਾਜਾਂ ਵਾਲੇ ਗੁਰੂਆ ਬਖਸ਼ ਲਵੇਂਗਾ ਕਿ ਨਾ। ਬਾਜਾਂ ਵਾਲੇ ਕਹਿੰਦੇ ਜਸਵੰਤ ਰਾਏ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ਼ ਤੇਤੇ। ਪੁੱਤਰ ਕਿਤਨਾ ਅਪਰਾਧੀ ਹੋਵੇ, ਮਾਂ ਕਦੇ ਆਪਦੇ ਪੁੱਤਰ ਨੂੰ ਉਹਦੇ ਔਗੁਣਾਂ ਨੂੰ ਯਾਦ ਨਹੀਂ ਕਰਦੀ। ਪੁੱਤਰ ਨੂੰ ਹਮੇਸ਼ਾ ਮਾਂ ਚੰਗਾ ਕਹਿੰਦੀ ਹੈ। ਪੁੱਤਰ ਭਾਵੇਂ ਕਿਤਨਾ ਵੀ ਮੰਦਾ ਹੋਵੇ, ਮਾਂ ਕਦੇ ਆਪਦੇ ਬੇਟੇ ਦੀ ਨਿੰਦਿਆ ਨਹੀਂ ਕਰਦੀ। ਪੁੱਤਰ ਭਾਵੇਂ ਮਾਤਾ ਪਿਤਾ ਦਾ ਨਿਰਾਦਰ ਕਰੇ, ਪਰ ਮਾਂ ਨੂੰ ਜਦ ਕੋਈ ਪੁੱਛਦਾ ਤੇਰਾ ਪੁੱਤਰ ਕਿਵੇਂ ਹੈ, ਉਹ ਕਹਿੰਦੀ ਹੈ ਬੜੀ ਸੇਵਾ ਕਰਦਾ ਹੈ, ਬੜਾ ਚੰਗਾ ਹੈ। ਕਲਗੀਆਂ ਵਾਲੇ ਕਹਿੰਦੇ ਜਸਵੰਤ ਰਾਏ, ਤੂੰ ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਆਇਆ, ਤੇਰੇ ਸਾਰੇ ਪਾਪ ਕੱਟ ਦਿੱਤੇ। ਅੱਜ ਤੇ ਇਹ ਗੱਲ ਦਾ ਪਰਨ ਕਰ ਲੈ, ਤੇਰੇ ਮਨ ਦੇ ਅੰਦਰ ਜਿਹੜੇ ਸ਼ੰਕਾ ਪੈਦਾ ਹੋਏ, ਸ਼ੰਕੇ ਪੈਦੇ ਹੋਣ ਦੇ ਨਾਲ ਤੇਰੀ ਸ਼ਰਧਾ ਖਤਮ ਹੋਈ। ਐ ਰਾਜਾ ਜਸਵੰਤ ਰਾਏ, ਗੁਰੂ ਪ੍ਰਤੀ ਕਦੇ ਸ਼ੰਕੇ ਨਹੀਂ ਪੈਦਾ ਕਰੀਦੇ। ਜਦ ਸਿੱਖ ਗੁਰੂ ਤੇ, ਗੁਰੂ ਦੇ ਵਿੱਚ ਤਾਂ ਇਤਨੀ ਤਾਕਤ ਹੈ,
ਸਤਿਗੁਰ ਸਿੱਖ ਕੀ ਬੰਧਨ ਕਾਟੈ, ਪਰ ਦੂਜੀ ਗੱਲ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਿੱਖ ਦਾ ਫਰਜ਼ ਹੈ ਗੁਰੂ ਤੇ ਭਰੋਸਾ ਰੱਖੇ। ਬਾਜਾਂ ਵਾਲੇ ਕਹਿੰਦੇ ਜਸਵੰਤ ਰਾਏ ਅੱਜ ਤੇ ਤੇਰੀ ਸਾਰੀ ਪਾਪ ਕੱਟੇ ਗਏ। ਤਾਈਓ ਕਿਹਾ ਆਵਾ ਦੋ ਪੰਗਤੀਆਂ ਪੜ੍ਹ ਕੇ ਸਮਾਂ ਵੀ ਨੇੜੇ ਜਾ ਲੱਗਿਆ ਕਿ ਗੁਰੂ ਕਿਹੋ ਜਿਹਾ ਚਾਹੀਦਾ। ਮੈਂ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਗੁਰੂ ਵੀ ਅਜਿਹਾ ਹੋਵੇ। ਜਸ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਮਾਰ ਪਰਵਾਰ ਚੌਹਾਂ ਲਾਲਾ ਤਾਈ ਵਾਰ ਦੇਵੇ, ਲਾਲਾ ਤਾਈ ਵਾਰ ਦੇਵੇ। ਦੇਸ ਉਤੋਂ ਕਰੇ ਕੁਰਬਾਨ ਬਾਲਵਾਨ ਜੀ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਤਪਦਿਆਂ ਨੂੰ ਠਾਰ ਦੇਵੇ। ਸੰਤਾਂ ਦਾ ਸਹਾਈ ਤੇ ਨਿਮਾਣਿਆ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋਵੇ, ਆਪ ਚੌਕੀਦਾਰ ਹੋਵੇ। ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ ਜੀ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਗੁਰੂ ਵੀ ਅਜਿਹਾ ਹੋਵੇ। ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਇਹੋ ਜਿਹਾ ਗੁਰੂ ਹੋਵੇ ਜਿਹੜਾ ਤਪਦਿਆਂ ਨੂੰ ਠਾਰ ਦੇਵੇ। ਮਾਤਾ ਗੁਜਰੀ ਦਾ ਲਾਲ। ਆਓ ਆ ਵੱਡੇ ਭਾਗਾਂ ਵਾਲੇ ਹੋ ਜਿਤਨੀ ਵੀ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ। ਮਹਾਂਪੁਰਸ਼ਾਂ ਦੀ ਪ੍ਰੇਰਨਾ ਦਾ ਸਦਕਾ ਮਾਘ ਦੇ ਮਹੀਨੇ ਦਾ ਆਪ ਸਾਰੀਆਂ ਸੰਗਤਾਂ ਆਨੰਦ ਲੈ ਰਹੇ ਹੋ। ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਨ੍ਹਾਂ ਨੇ ਅਜੇ ਤੱਕ ਗੁਰੂ ਕੇ ਜਹਾਜ਼ੇ ਨਹੀਂ ਚੜ੍ਹੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੋ। ਬਾਣੀ ਤੇ ਬਾਣੇ ਦੇ ਧਾਰਨੀ ਬਣੋ। ਉੱਤਮ ਕਰਮ ਸਾਡੇ ਤਾਂ ਹੀ ਬਣਨਗੇ ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ। ਗੁਰੂ ਦੀ ਕਹੀ ਹੋਏ ਬਚਨ ਉਹ ਮੰਨਾਂਗੇ। ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹ ਮੰਨੋ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਆਂ ਵਾਲੇ ਦੇ ਸਿੰਘ ਸਜੋ। ਕਲਯੁਗ ਦਾ ਸਮੇਂ ਜਿਹੜਾ ਗੁਰੂ ਦੇ ਲੜ ਲੱਗ ਗਿਆ, ਸਾਧ ਸੰਗਤ ਜੀ ਤਰ ਜਾਏਗਾ। ਮੇਰੇ ਵੀਰ ਸਰਬਜੀਤ ਸਿੰਘ ਨੇ ਕਾਫੀ ਮਹੀਨਾ ਸਾਰਾ ਹੋ ਗਿਆ ਕਹਿਣ ਲੱਗੇ ਵੀ 21 ਤਰੀਕ ਦਾ ਰਾਤ ਦਾ ਦੀਵਾਨ ਆਪ ਸੰਗਤਾਂ ਦੇ ਚਰਨਾਂ ਦੀ ਜੋੜੇ ਝਾੜੇ ਨੇ। 10 ਕੋਲੋਂ ਬੋਲਦੇ ਕੋਲੋਂ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ, ਗਲਤ ਨਿਕਲ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਇਹ ਜੀਵ ਚਮੜੇ ਦੀ ਹੈ ਬੜੀ ਨਰਮ, ਪਰ ਇਹ ਬਚਨ ਕਈ ਵਾਰ ਇਹੋ ਜਿਹੇ ਕੌੜੇ ਬੋਲ ਦਿੰਦੀ ਹੈ ਜਿਹੜੇ ਕਿਸੇ ਦਾ ਹਿਰਦਾ ਦਿਖਾਉਣ ਵਾਲਾ। ਪਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆਏ ਹਾਂ।
ਮੈਂ ਸੰਕੋਚ ਹੀ ਕੀਤਾ ਹੈ, ਕੋਈ ਇਹੋ ਜਿਹਾ ਵਚਨ ਨਾ ਕਹਾਂ ਸੰਗਤ ਨੂੰ ਜਿਹੜਾ ਕਿਸੇ ਦਾ ਦਿਲ ਦੁਖੇ। ਆਓ ਵਾਹਿਗੁਰੂ ਕਿਰਪਾ ਕਰੇ, ਹਜ਼ੂਰ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਨ, ਆਪਦੇ ਚਰਨਾਂ ਦੀ ਪ੍ਰੀਤੀ ਬਖਸ਼ਣ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਇਤਨੇ ਇੱਕ ਸ਼ਬਦ ਬੋਲਦਾ ਦਾਸ ਕੇਵਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।